ਆਓ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਆਪਣੀ ਚੱਲ ਰਹੀ ਹੈ ਲੜੀਵਾਰ ਵਿਚਾਰ। ਅੱਗੇ ਆਰੰਭ ਕਰੀਏ। ਅੱਜ ਆਪਾਂ ਚੌਥੀ ਅਸ਼ਟਪਦੀ ਦੇ 8ਵੇਂ ਪਦੇ ਦੀ ਵਿਚਾਰ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਇਸ ਪਦੇ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਅਰਦਾਸ ਕਰਨ ਦੀ ਵਿਧੀ ਦੱਸ ਰਹੇ ਹਨ, ਕਿਉਂਕਿ ਹਰੇਕ ਇਨਸਾਨ ਜਦੋਂ ਵੀ ਕਿਸੇ ਧਾਰਮਿਕ ਸਥਾਨ 'ਤੇ ਆਪਣੇ ਧਰਮ ਅਨੁਸਾਰ ਜਾਂਦਾ, ਉਹ ਕੋਈ ਨਾ ਕੋਈ ਅਰਦਾਸ ਬੇਨਤੀ ਜ਼ਰੂਰ ਕਰਦਾ। ਜਿਹੋ ਜਿਹੀ ਉਹਦੀ ਮੰਗ ਹੁੰਦੀ ਆ, ਉਹਦੇ ਮਨ ਦੀ ਇਹ ਇੱਛਾ ਵੀ ਹੁੰਦੀ ਆ ਕਿ ਮੇਰੀ ਅਰਦਾਸ ਪੂਰੀ ਹੋਵੇ। ਤੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਵੀ ਆਪਾਂ ਨੂੰ ਸਮਝਾ ਰਹੇ ਹਨ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਕਈ ਵਾਰ ਸਾਡੀ ਅਰਦਾਸ ਪੂਰੀ ਵੀ ਨਹੀਂ ਹੁੰਦੀ, ਜਾਂ ਮਨ ਦੇ ਅੰਦਰ ਬਹੁਤ ਕਾਹਲੀ ਹੁੰਦੀ ਹੈ ਕਿ ਅਰਦਾਸ ਪੂਰੀ ਕਰਨ, ਅਰਦਾਸ ਕਰਨ ਸਾਰੀ ਸਾਡੀ ਅਰਦਾਸ ਪੂਰੀ ਹੋਵੇ। ਉਹ ਕੋਈ ਸਾਡੇ ਕਰਮ ਦੀ ਗਤੀ ਹੁੰਦੀ ਹੈ, ਜਾਂ ਅਜੇ ਸਮਾਂ ਨਹੀਂ ਬਣਿਆ ਹੁੰਦਾ। ਤੇ ਇਨਸਾਨ ਕਈ ਵਾਰ ਨਿਰਾਸ਼ਾਵਾਦੀ ਵੀ ਹੋ ਜਾਂਦਾ। ਤੇ ਕਈ ਲੋਕ ਐਸੇ ਵੀ ਆ, ਜਦੋਂ ਉਹਨਾਂ ਦੀ ਕਿਸੇ ਦੁਨਿਆਵੀ ਮੰਗ ਦੀ ਅਰਦਾਸ ਨਾ ਪੂਰੀ ਹੋਵੇ, ਉਹ ਧਰਮ ਦੇ ਰਸਤੇ ਤੋਂ ਕਿਨਾਰਾ ਵੀ ਕਰ ਜਾਂਦੇ ਆ। ਪਰ ਸਤਿਗੁਰੂ ਪਾਤਸ਼ਾਹ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਾਨੂੰ ਸੋਝੀ ਬਖਸ਼ ਕਰ ਰਹੇ ਆ ਕਿ ਸਾਡੀ ਅਰਦਾਸ ਕਰਨ ਦਾ ਤਰੀਕਾ ਕਿਹੋ ਜਿਹਾ ਹੋਣਾ ਚਾਹੀਦਾ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਜਦੋਂ ਇਨਸਾਨ ਨੂੰ ਗੁਰਮਤਿ ਦਾ ਗਿਆਨ ਲੈ ਕੇ ਮਾਲਕ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ, ਇਸੇ ਕਰਕੇ ਸਾਨੂੰ ਸੰਗਤ ਕਰਨੀ ਜ਼ਰੂਰੀ ਹੁੰਦੀ, ਸ਼ਬਦ ਦੇ ਵਿਚਾਰ ਦੀ ਜ਼ਰੂਰਤ ਪੈਂਦੀ, ਤਾਂ ਕਿ ਸਾਡਾ ਮਨ ਸਥਿਰ ਰਹੇ। ਪਾਤਸ਼ਾਹ ਸਮਝਾ ਰਹੇ ਆ, ਜਦੋਂ ਇਨਸਾਨ ਸਾਰੇ ਸਹਾਰੇ ਛੱਡ ਕੇ ਬਿਲਕੁਲ ਆਪਣੇ ਸਰੀਰ ਦੇ ਨੇੜੇ ਪਹੁੰਚ ਜਾਂਦਾ, ਕਿਉਂਕਿ ਬਾਕੀ ਦੁਨੀਆ ਦੇ ਪਦਾਰਥ ਬਾਅਦ ਦੀ ਗੱਲ ਆ। ਜੇ ਸਾਡਾ ਪਹਿਲਾਂ ਸਰੀਰ ਤੰਦਰੁਸਤ ਆ, ਇਹਦੇ ਅੰਦਰ ਰਹਿਣ ਵਾਲਾ ਸਾਡਾ ਮਨ ਖੁਸ਼ ਆ, ਫਿਰ ਹੌਲੀ ਹੌਲੀ ਸਾਨੂੰ ਇਹ ਭੇਦ ਆਉਣਾ ਸ਼ੁਰੂ ਹੁੰਦਾ ਕਿ ਦੁਨੀਆ ਦੇ ਪਦਾਰਥ ਆ ਸਾਡੇ ਸਰੀਰ ਅੱਗੇ, ਤੇ ਸਾਨੂੰ ਇਹ ਮਿਲੇ ਹੋਏ ਮਾਨਸ ਜਨਮ ਦੇ ਅੱਗੇ ਉਹਨਾਂ ਦੀ ਕੋਈ ਬਹੁਤੀ ਕੀਮਤ ਨਹੀਂ। ਜਿਉਂ-ਜਿਉਂ ਆਪਾਂ ਗੁਰਮਤਿ ਦਾ ਗਿਆਨ ਲੈ ਕੇ ਉਸ ਮਾਲਕ ਨਾਲ ਸਾਡਾ ਪਿਆਰ ਬਣਦਾ ਜਾਂਦਾ, ਫਿਰ ਇਨਸਾਨ ਬਹੁਤ ਨੇੜੇ ਹੋ ਕੇ, ਹਾਜ਼ਰ ਨਾਜ਼ਰ ਸਮਝ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦਾ। ਉਲਾਂਭੇ ਦੇਣ ਦੀ ਜਗ੍ਹਾ ਉਹਦਾ ਸ਼ੁਕਰੀਆ ਕਰਦਾ, ਉਹਦਾ ਧੰਨਵਾਦ ਕਰਦਾ। ਫਿਰ ਕਿੱਥੋਂ ਸ਼ੁਰੂ ਕਰਦਾ ਕਿ ਤੂੰ ਠਾਕੁਰ ਤੁਮ ਪਹਿ ਅਰਦਾਸ, ਕਿ ਐ ਮਾਲਕ ਤੂੰ ਮੇਰਾ ਸੁਆਮੀ ਹੈ, ਠਾਕੁਰ ਹੈ, ਮਾਲਕ ਹੈ। ਮੇਰੀ ਤੇਰੇ ਅੱਗੇ ਇੱਕ ਅਰਦਾਸ ਬੇਨਤੀ ਹੈ। ਕਿਹੜੀ? ਜੀਓ ਪਿੰਡ ਸਭ ਤੇਰੀ ਰਾਸ, ਕਿ ਆਹ ਜਿਹੜਾ ਮੈਨੂੰ ਸਰੀਰ ਰੂਪੀ ਪਿੰਡ ਦਿੱਤਾ, ਇਹ ਵੀ ਤੇਰੀ ਹੀ ਬਖਸ਼ਿਸ਼ ਹੈ। ਇਹਦੇ ਅੰਦਰ ਜੋ ਮੈਂ ਅਜੀਬ ਆਤਮਾ ਹੈ, ਇਹ ਵੀ ਤੇਰੇ ਕੋਈ ਅੰਸ਼ ਹੈ, ਕਿਉਂਕਿ ਮਾਲਕ ਦਾ ਇੱਕ ਖੇਡ ਚੱਲ ਰਿਹਾ। ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਉਹਨੇ ਸਾਡਾ ਇਹ 5 ਤੱਤਾਂ ਦਾ ਸਰੀਰ ਪੈਦਾ ਕਰਕੇ ਉਹਦੇ ਵਿੱਚੋਂ ਆਪਦੀ ਅੰਸ਼ ਸਾਡੇ ਮਨ ਨੂੰ ਇਹ ਸਰੀਰ ਦੇ ਅੰਦਰ ਜੋੜਿਆ ਹੋਇਆ, ਜਿਹਦੇ ਨਾਲ ਸਾਡਾ ਇਹ ਸਰੀਰ ਦਾ ਢਾਂਚਾ ਚੱਲ ਰਿਹਾ।
ਜਦੋਂ ਉਹ ਮਾਲਕ ਦੀ ਅੰਸ਼ ਇਹ ਸਰੀਰ ਤੋਂ ਵਾਪਸ ਚਲੀ ਜਾਂਦੀ ਹੈ, ਉਦੋਂ ਸਾਡਾ ਇਹ ਸਰੀਰ ਕਿਸੇ ਕੰਮ ਦਾ ਰਹਿੰਦਾ ਨਹੀਂ ਹੈ। ਇਹਨੂੰ ਖਤਮ ਕਰ ਦਿੱਤਾ ਜਾਂਦਾ, ਨਸ਼ਟ ਕਰ ਦਿੱਤਾ ਜਾਂਦਾ। ਤਾਂ ਪਾਤਸ਼ਾਹ ਸਮਝਾ ਰਹੇ ਆ ਕਿ ਭਾਈ ਤੁਹਾਡੇ ਮਨ ਦੇ ਅੰਦਰ ਇੰਨਾ ਪਿਆਰ ਬਣਨਾ ਚਾਹੀਦਾ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੂੰ ਸਾਡਾ ਮਾਤਾ ਪਿਤਾ ਹੈ, ਅਸੀਂ ਤੇਰੇ ਬੱਚੇ ਹਾਂ। ਤੁਮਰੀ ਕਿਰਪਾ ਹਮੈਂ ਸੂਖ ਘਨੇਰੇ। ਜਦੋਂ ਬਸ ਇੱਥੇ ਕਿਸੇ ਇਨਸਾਨ ਦੇ ਮਨ ਦੀ ਅਵਸਥਾ ਬਣੀ ਗਈ ਕਿ ਜਿੰਨੇ ਆ ਸੰਸਾਰ ਦੇ ਅੰਦਰ ਅਸੀਂ ਸੁੱਖ ਭੋਗ ਰਹੇ ਹਾਂ ਜਾਂ ਸੁੱਖਾਂ ਦੀ ਆਸ ਰੱਖ ਰਹੇ ਹਾਂ, ਉਹ ਬਿਨਾਂ ਪਰਮਾਤਮਾ ਦੀ ਕਿਰਪਾ ਤੋਂ ਸੰਭਵ ਨਹੀਂ। ਜਿਹੜੇ ਇਨਸਾਨ ਉਸ ਮਾਲਕ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਆ, ਉਹਨਾਂ ਨੂੰ ਫਿਰ ਘਨੇਰੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਘਨੇਰੇ ਕਹਿੰਦੇ ਆ ਬਹੁਤ ਜ਼ਿਆਦਾ। ਜੇ ਆਪਣੀ ਮਤ ਦੇ ਨਾਲ ਇਨਸਾਨ ਨੂੰ ਸੁੱਖ ਮਿਲਦਾ ਹੋਵੇ ਤਾਂ ਇਸੇ ਸੰਸਾਰ ਦੇ ਅੰਦਰ ਕੋਈ ਵੀ ਇਨਸਾਨ ਦੁੱਖ ਨਾ ਮਹਿਸੂਸ ਕਰੇ, ਦੁਖੀ ਨਾ ਹੋਵੇ। ਹਰੇਕ ਇਨਸਾਨ ਆਪਣੀ ਮਤ ਦੁਆਰਾ, ਆਪਣੇ ਸਾਧਨਾ ਦੁਆਰਾ, ਆਪਦੀ ਸਿਆਣਪ ਦੁਆਰਾ ਯਤਨ ਕਰਦਾ ਕਿ ਮੇਰਾ ਜੀਵਨ ਹਰ ਸਮੇਂ ਸੁਖੀ ਰਹੇ, ਪਰ ਰਹਿੰਦਾ ਨਹੀਂ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਸੰਸਾਰ ਨੂੰ ਦੁੱਖਾਂ ਦਾ ਘਰ ਕਹਿਤਾ। ਨਾਨਕ ਦੁਖੀਆ ਸਭ ਸੰਸਾਰ। ਇਹ ਵੱਖਰੀ ਗੱਲ ਆ। ਕਈ ਵਾਰ ਕਿਸੇ ਦੇ ਆਵਾਰੀ ਸਾਧਨ ਵੇਖ ਕੇ ਸਾਡੇ ਮਨ ਦੇ ਅੰਦਰ ਵਿਚਾਰ ਬਣ ਜਾਂਦੇ ਆ। ਜਿਵੇਂ ਆਮ ਲੋਕਾਂ ਦੀ ਅੱਜ ਇੱਕ ਗੱਲ ਬਣੀ ਹੋਈ ਆ, ਰਾਏ ਬਣੀ ਹੋਈ ਆ ਕਿ ਜਿਹੜੇ ਇਨਸਾਨ ਗਲਤ ਕੰਮ ਕਰਦੇ ਆ ਉਹ ਬਹੁਤ ਸੰਸਾਰ ਦੇ ਅੰਦਰ ਮੌਜਾਂ ਮਾਣਦੇ ਆ। ਜਿਹੜੇ ਅੱਛੇ ਲੋਕ ਆ ਉਹਨਾਂ ਦੇ ਜੀਵਨ ਦੇ ਅੰਦਰ ਕਈ ਵਾਰ ਦੁੱਖਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਕਿਉਂਕਿ ਇਨਸਾਨ ਹੈ ਜਿਹੜਾ ਇਹਦੀ ਦਿੱਖ ਕੰਮ ਤੇ ਸੀਮਤ। ਕਿਸੇ ਨੇ ਲੋਕਾਂ ਨਾਲ ਠੱਗੀਆਂ ਮਾਰ ਕੇ, ਧੋਖੇ ਕਰਕੇ, 2 ਨੰਬਰ ਦੇ ਸਾਧਨ ਪੈਦਾ ਕਰਕੇ ਬਹੁਤ ਵਧੀਆ ਕੋਠੀਆਂ ਬਣਾ ਲਈਆਂ, ਕਾਰਾਂ ਗੱਡੀਆਂ ਮੋਟਰਾਂ ਲੈ ਲਈਆਂ, ਤੇ ਉਹ ਅੱਛੇ ਕੱਪੜੇ ਪਾਉਂਦੇ ਆ। ਤੇ ਉਹਨਾਂ ਵੱਲ ਵੇਖ ਕੇ ਕਈ ਵਾਰ ਮਨ ਦੇ ਅੰਦਰ ਇਹ ਵਿਚਾਰ ਅੱਛੇ ਲੋਕਾਂ ਦੇ ਬਣ ਜਾਂਦੀ ਆ, ਜਿਹੜੇ ਨਾ ਤਾਂ ਕੋਈ 2 ਨੰਬਰ ਦਾ ਧੰਦਾ ਕਰਦੇ ਆ, ਉਹ ਆਪਦੀ 10 ਨੋਹਾਂ ਦੀ ਕਿਰਤ ਕਮਾਈ ਕਰਦੇ ਆ। ਉਹਨਾਂ ਦਾ ਭਾਵੇਂ ਗੁਜ਼ਾਰਾ ਮਸਾਂ ਹੀ ਚੱਲਦਾ ਹੋਵੇ, ਉਹਨਾਂ ਦੇ ਮਨ ਦੇ ਅੰਦਰ ਹੀ ਵਿਚਾਰ ਜੀ ਬਣ ਜਾਂਦੀ ਹੈ ਵੀ ਇਹ ਲੋਕ ਤਾਂ ਯਾਰ ਪਾਪ ਦੀ ਕਮਾਈ ਵੀ ਕਰਦੇ ਆ, ਗਰੀਬਾਂ ਦੇ ਹੱਕ ਵੀ ਮਾਰਦੇ ਆ, ਇਹ ਮੌਜਾਂ ਕਰਦੇ ਆ। ਪਰ ਹੈ ਇਹ ਸਾਡੇ ਮਨ ਦਾ ਬਹੁਤ ਵੱਡਾ ਭਰਮ। ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਗੁਰਬਾਣੀ ਦੇ ਅੰਦਰ ਕਿ ਜੇ ਤੁਸੀਂ ਕਿਸੇ ਇਨਸਾਨ ਦਾ ਅੰਦਰ ਫਰੋਲਣਾ ਚਾਹੁੰਦੇ ਹੋ ਕਿ ਉਹ ਦੁਖੀ ਆ ਕਿ ਸੁਖੀ ਆ, ਸਾਨੂੰ ਇੱਕ ਸਾਧਨ ਦੱਸਿਆ ਹੋਇਆ, ਤਰੀਕਾ ਦੱਸਿਆ ਹੋਇਆ ਗੁਰਬਾਣੀ। ਪਾਤਸ਼ਾਹ ਕਹਿੰਦੇ ਤੁਸੀਂ ਉਹਦੇ ਕੋਲੇ ਜਾਓ, ਉਹਦੇ ਕੋਲੇ ਕੋਈ ਆਪਣੀ ਦੁੱਖਾਂ ਦੀ ਕਹਾਣੀ ਸੁਣਾਉਣੀ ਸ਼ੁਰੂ ਕਰੋ। ਉਹ 2, 4, 5 ਮਿੰਟ ਤੋਂ ਵੱਧ ਤੁਹਾਡੀ ਕਹਾਣੀ ਨਹੀਂ ਸੁਣੇਗਾ, ਤੁਹਾਨੂੰ ਰੋਕ ਕੇ ਆਪਣੇ ਦੁੱਖਾਂ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦੇਵੇਗਾ। ਜੈਸ ਮਨੁੱਖ ਪਹਿ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਦੁਖੀ ਦੁਨੀ ਸਹੇੜੀਆ, ਦੁਖੀ ਦੁਨੀ ਸਹੇੜੀਐ, ਜਾਏ ਤਾਂ ਲੱਗੈ ਦੁੱਖ। ਇਹ ਸੰਸਾਰ ਦੇ ਅੰਦਰ ਕੋਈ ਵੀ ਇਨਸਾਨ ਮਨ ਕਰਕੇ ਸੁਖੀ ਨਹੀਂ। ਤਾਂ ਪਾਤਸ਼ਾਹ ਫਿਰ ਇੱਥੇ ਸਮਝਾ ਰਹੇ ਆ, ਜਿਹੜੇ ਇਨਸਾਨ ਉਸ ਮਾਲਿਕ ਦੀ ਕਿਰਪਾ ਦੇ ਪਾਤਰ ਬਣਦੇ ਆ, ਤਾਂ ਸਾਨੂੰ ਇਸ ਟਿਕਾਣੇ ਤੇ ਆਉਣਾ ਪਊਗਾ ਕਿ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ। ਤੇ ਅਰਦਾਸ ਕਰਨ ਵੇਲੇ ਸਾਡੇ ਮਨ ਦੀ ਅਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਆ? ਜਿਸ ਤਰ੍ਹਾਂ ਆਪਾਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸਮੇਂ ਦੀ ਇੱਕ ਕਹਾਣੀ ਪੜ੍ਹਦੇ ਆ।
ਇਤਿਹਾਸ ਪੜ੍ਹਦੇ ਹਾਂ ਕਿ ਮੱਖਣ ਸ਼ਾਹ ਲਵਾਣਾ ਜਿਹੜਾ ਇੱਕ ਬਹੁਤ ਵੱਡਾ ਵਪਾਰੀ ਸੀ, ਜਹਾਜ਼ਾਂ ਦੇ ਅੰਦਰ ਵਪਾਰ ਕਰਦਾ ਹੁੰਦਾ। ਇੱਕ ਵਾਰ ਸਮਾਂ ਇਹੋ ਜਿਹਾ ਬਣ ਗਿਆ, ਉਹਦਾ ਜਹਾਜ਼ ਡੁੱਬਣਾ ਸ਼ੁਰੂ ਹੋਇਆ ਬੇੜਾ। ਉਹਨੇ ਬੜੇ ਯਤਨ ਕੀਤੇ, ਆਪਦੇ ਸਾਧਨ ਦੇ ਅਨੁਸਾਰ ਇਨਸਾਨ ਕਰਦਾ ਹੀ ਹੈ। ਜਦੋਂ ਸਾਰੇ ਸਾਧਨ ਉਹਦੇ ਨਿਸਫਲ ਹੋ ਗਏ, ਹੁਣ ਉਹ ਇਸ ਗੱਲ ਦਾ ਚੇਤਾ ਆਇਆ ਕਿ ਇੱਕ ਗੁਰੂ ਨਾਨਕ ਦਾ ਘਰ ਹੈ ਸੰਸਾਰ ਦੇ ਅੰਦਰ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸੰਸਾਰ ਦੇ ਅੰਦਰ ਆਇਆ। ਉਹਨੇ ਕਿਸੇ ਤੋਂ ਇਸ ਘਰ ਦੀ ਵਡਿਆਈ ਸੁਣੀ ਹੋਈ ਸੀ। ਜਦੋਂ ਉਹਦੇ ਸਾਰੇ ਸਹਾਰੇ ਟੁੱਟ ਗਏ, ਉਹਨੇ ਅਰਦਾਸ ਕੀਤੀ, ਐ ਗੁਰੂ ਨਾਨਕ, ਮੈਂ ਨਹੀਂ ਜਾਣਦਾ ਤੇਰੇ ਬਾਅਦ ਤੇਰੀ ਇਸ ਗੁਰਤਾ ਗੱਦੀ ਤੇ ਕੌਣ ਹੁਣ ਸੇਵਾ ਨਿਭਾ ਰਿਹਾ ਹੈ, ਤੇ ਮੇਰੀ ਅਰਦਾਸ ਹੈ ਤੇਰੇ ਚਰਨਾਂ 'ਚ ਕਿ ਜੋ ਵੀ ਤੁਹਾਡੀ ਗੱਦੀ ਦਾ ਹੁਣ ਸੇਵਾਦਾਰ ਆ, ਮੇਰਾ ਬੇੜਾ ਡੁੱਬ ਰਿਹਾ, ਮੇਰੀ ਜਾਨ ਜਾਣ ਦਾ ਵੀ ਖਤਰਾ, ਤਾਂ ਮੇਰੇ ਤੇ ਕਿਰਪਾ ਕਰੋ। ਤਾਂ 19 ਦਿਨੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਵਿਰਾਜਮਾਨ ਸਨ, ਤੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਜੋਤੀ ਜੋਤ ਸਮਾਉਣ ਦੇ ਸਮੇਂ ਇਸ਼ਾਰਾ ਬਾਬਾ ਹੀ ਬਕਾਲੇ ਵੱਲ ਕਰਤਾ ਸੀ ਕਿ ਬਾਬਾ ਵਸੇ ਗ੍ਰਾਮ ਬਕਾਲੇ ਤੇ ਸੰਗਤ ਸਭ ਆਪ ਸੰਭਾਲੇ। ਤੇ ਉਹਨਾਂ ਨੂੰ ਉਹਨਾਂ ਦਿਨਾਂ 'ਚ ਇੱਥੇ ਰੌਲਾ ਗੋਲਾ ਵੀ ਪਿਆ ਹੋਇਆ ਸੀ, ਬਹੁਤ ਸਾਰੇ ਨਕਲੀ ਗੁਰੂ ਬਣ ਕੇ ਬਹਿ ਗਏ ਸੀ ਬਾਬਾ ਬਕਾਲੇ ਦੀ ਧਰਤੀ ਤੇ ਕਿ ਅਸੀਂ ਹਾਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਤੇ ਬਾਬਾ ਬਕਾਲੇ ਵੱਲ ਇਹ ਇਸ਼ਾਰਾ ਹੋਣ ਕਰਕੇ ਤੇ ਮੱਖਣ ਸ਼ਾਹ ਲਵਾਣੇ ਨੇ ਅਰਦਾਸ ਕੀਤੀ ਚਰਨਾਂ 'ਚ, ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉੱਥੋਂ ਆਪਣਾ ਸੂਖਮ ਸਰੀਰ ਲੈ ਕੇ ਮੱਖਣ ਸ਼ਾਹ ਲਵਾਣੇ ਨੂੰ ਦਰਸ਼ਨ ਵੀ ਦੇ ਆਏ ਤੇ ਉਹਦਾ ਜਹਾਜ਼ ਵੀ ਪਾਰ ਕਰਿਆ। ਕਾਰਨ ਉਹਦੇ ਜਦੋਂ ਸਾਰੇ ਸਹਾਰੇ ਟੁੱਟ ਜਾਂਦੇ ਆ। ਅੱਜ ਕਈ ਵਾਰ ਸਾਡੇ ਮਨ ਦੇ ਅੰਦਰ ਵੀ ਕੁਝ ਆਸਾਂ ਹੁੰਦੀਆਂ, ਅਸੀਂ ਅਰਦਾਸ ਵੀ ਕਰਦੇ ਹਾਂ ਗੁਰੂ ਦੇ ਚਰਨਾਂ 'ਚ। ਇੱਕ ਪਾਸੇ ਸਾਡੇ ਕੋਲੇ ਦੁਨਿਆਵੀ ਸਾਧਨਾਂ ਦਾ, ਆਪਦੀ ਸਿਆਣਪ ਦਾ ਵੀ ਸਾਤੋਂ ਛੁਟਕਾਰਾ ਨਹੀਂ ਹੁੰਦਾ। ਉੱਪਰਲੇ ਮਨੋਂ ਜੀਵ ਅਰਦਾਸ ਕਰਦਾ ਰਹਿੰਦਾ, ਤੇ ਕੁਝ ਕੁ ਸਾਡਾ ਸਹਾਰਾ ਇਹ ਆਸ ਵੀ ਲਾਈ ਹੁੰਦੀ ਹੈ ਕਿ ਸਾਡੇ ਕੋਲੇ ਸਿਆਣਪ ਬਹੁਤ ਆ, ਦੁਨੀਆ ਦੇ ਸਾਧਨ ਨੇ, ਤੇ ਇਸ ਕਰਕੇ ਜਿੰਨਾ ਚਿਰ ਦੋ ਚਿੱਤੀ ਦੇ ਅੰਦਰ ਇਨਸਾਨ ਹੈ ਉਹਦੀ ਅਰਦਾਸ ਵੀ ਨਹੀਂ ਪੂਰੀ ਹੁੰਦੀ। ਜਦੋਂ ਸਾਰੇ ਸਹਾਰੇ ਛੱਡ ਕੇ ਕੇਵਲ ਉਸ ਮਾਲਕ ਦਾ ਸਹਾਰਾ ਤੱਕ ਕੇ ਇਨਸਾਨ ਅਰਦਾਸ ਕਰਦਾ, ਫੇਰ ਉਹਦੀ ਵਿਰਥੀ ਵੀ ਨਹੀਂ ਹੁੰਦੀ। ਵਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਜਦੋਂ ਉਹਨੂੰ ਭੇਦ ਆ ਗਿਆ ਕਿ ਮੇਰਾ ਜਿਹੜਾ ਮਾਲਕ ਆ ਉਹਦੇ ਹੱਥ 'ਚ ਬਹੁਤ ਵੱਡੀ ਤਾਕਤ ਹੈ, ਉਹ ਗੁਣਾਂ ਦਾ ਖਜ਼ਾਨਾ ਹੈ, ਉਹ ਇੰਨੀ ਸ਼ਕਤੀ ਰੱਖਦਾ, ਨਿਰਤਕ ਕੋ ਜੀ ਵਾਲਣਹਾਰ। ਤੇ ਉਦੋਂ ਫਿਰ ਜਦੋਂ ਸਾਡੇ ਮਨ ਦੀ ਭਾਵਨਾ ਪੂਰਨ ਤੌਰ ਤੇ ਸਤਿਗੁਰੂ ਦੇ ਚਰਨਾਂ 'ਚ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਸਾਡਾ ਧਿਆਨ, ਤੇ ਉਦੋਂ ਫਿਰ ਅਰਦਾਸ ਪੂਰੀ ਹੁੰਦੀ। ਤੇ ਤਾਂ ਸੰਭਵ ਜਦੋਂ ਅਸੀਂ ਬਹੁਤ ਨੇੜੇ ਧਿਆਨ ਆਪਣਾ ਰੱਖਦੇ ਹਾਂ, ਕਿਉਂਕਿ ਪਾਤਸ਼ਾਹ ਸਮਝਾ ਰਹੇ ਆ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਕਿ ਇਹ ਪ੍ਰਮਾਤਮਾ, ਆ ਦੁਨੀਆ ਦੇ ਬਾਕੀ ਪਦਾਰਥ ਤਾਂ ਬਾਅਦ ਦੀ ਗੱਲ ਹੈ, ਆ ਸਰੀਰ ਰੂਪੀ ਘਰ ਤੇ ਜੀਵ ਆਤਮਾ ਵੀ ਤੇਰੀ ਹੋਈ ਦਿੱਤੀ ਹੋਈ ਪੂੰਜੀ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕਿ ਤੂੰ ਸਾਡਾ ਮਾਤਾ ਪਿਤਾ, ਅਸੀਂ ਤੇਰੇ ਬੱਚੇ ਹਾਂ। ਸਾਨੂੰ ਇਸ ਗੱਲ ਦਾ ਹੁਣ ਗਿਆਨ ਹੋ ਗਿਆ ਸੰਗਤ ਕਰਕੇ ਕਿ ਤੇਰੀ ਕਿਰਪਾ ਦੇ ਨਾਲ ਹੀ ਸੁੱਖ ਹੈ। ਜਿਹੜੇ ਇਨਸਾਨ ਤੇਰੀ ਕਿਰਪਾ ਦੇ ਪਾਤਰ ਨੇ, ਸੁਖੀ ਨੇ, ਜਿਨ੍ਹਾਂ ਤੇ ਤੇਰਾ ਕਿਰਪਾ ਰੂਪੀ ਹੱਥ ਨਹੀਂ,
ਆਪਦੀ ਹਉਮੈ ਹੰਕਾਰ ਦੇ ਅੰਦਰ ਜੀਵਨ ਬਤੀਤ ਕਰ ਰਹੇ ਆ, ਉਹ ਹਮੇਸ਼ਾ ਦੁੱਖਾਂ ਦੇ ਅੰਦਰ ਆਪਣੇ ਇਹ ਜੀਵਨ ਦਾ ਸਫ਼ਰ ਕਰ ਰਹੇ ਹੈ। ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਕਿ ਐ ਮਾਲਕ ਤੇਰਾ ਅੰਤ ਨਹੀਂ ਕੋਈ ਜਾਣ ਸਕਦਾ। ਤੂੰ ਬੇਅੰਤ ਕੋ ਬਿਰਲਾ ਜਾਣੇ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਐ ਮਾਲਕ ਤੂੰ ਏਡਾ ਬੇਅੰਤ, ਤੈਨੂੰ ਕੌਣ ਜਾਣ ਸਕਦਾ, ਤੇਰਾ ਅੰਤ ਕੌਣ ਪਾੜ ਸਕਦਾ। ਜਿਹੜੇ ਜੀਵ ਤੇਰੀ ਕਿਰਪਾ ਦੇ ਪਾਤਰ ਬਣਦੇ ਆ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਦੀ ਕਿਰਪਾ ਸ਼ਬਦ ਦੇ ਅਭਿਆਸ ਦੁਆਰਾ ਤੇਰੇ ਨਾਲ ਪਛਾਣ ਕੀਤੀ ਜਾ ਸਕਦੀ ਹੈ। ਤੂੰ ਬੇਅੰਤ ਕੋ ਬਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਸੇਵਕ ਕੀ ਅਰਦਾਸ ਪਿਆਰੇ, ਅਸੀਂ ਤੇਰੇ ਸੇਵਕ ਹਾਂ, ਸਾਡੀ ਤੇਰੇ ਚਰਨਾਂ 'ਚ ਅਰਦਾਸ ਹੈ। ਜਪ ਜੀਵਾਂ ਪ੍ਰਭ ਚਰਨ ਤੁਮਾਰੇ, ਇਹ ਸਾਡੇ ਤੇ ਕਿਰਪਾ ਕਰੋ, ਅਸੀਂ ਤੇਰਾ ਨਾਮ ਜਪ ਜਪ ਕੇ ਤੇਰੇ ਚਰਨਾਂ ਦੇ ਨਾਲ ਜੁੜੇ ਰਹੀਏ। ਕਿਉਂਕਿ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਹਾਂ, ਉਹ ਗੁਰਬਾਣੀ ਦੇ ਅੰਦਰ ਸਾਨੂੰ ਪਾਤਸ਼ਾਹ ਨੇ ਸੋਝੀ ਦਿੱਤੀ ਹੈ, ਜਪ ਜਪ ਨਾਮ ਪੂਜੈ ਪ੍ਰਭ ਪੈਰ। ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਾਂ, ਅਸੀਂ ਉਸ ਆਪਣੇ ਮਾਤਾ ਪਿਤਾ ਦੇ ਚਰਨ ਪੂਜ ਰਹੇ ਹੁੰਦੇ ਹਾਂ। ਕਿਉਂਕਿ ਸਾਡਾ ਸਾਰਿਆਂ ਦਾ ਇੱਕ ਤਾਂ ਦੁਨਿਆਵੀ ਮਾਂ ਬਾਪ ਆ, ਇੱਕ ਸਾਡਾ ਸਾਰਿਆਂ ਦਾ ਸਾਂਝਾ ਪਿਤਾ। ਏਕ ਪਿਤਾ ਏਕ ਸਕੇ ਹਮ ਬਾਰਕ, ਜਿੱਥੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਆ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪ੍ਰਤਪਾਲਕ। ਜਦੋਂ ਜਿਵੇਂ ਦੁਨੀਆ ਦੇ ਅੰਦਰ ਆਪਾਂ ਵੇਖਦੇ ਹਾਂ, ਕਈ ਵਾਰ ਬੱਚਾ ਗੰਦਗੀ ਦੇ ਨਾਲ ਲਿਬੜ ਜਾਂਦਾ, ਉਹਨੂੰ ਸੋਝੀ ਨਹੀਂ ਹੁੰਦੀ ਕਿ ਮੈਂ ਆਪਣੇ ਤਨ ਦੀ ਸਫਾਈ ਕਿਵੇਂ ਕਰਨੀ ਹੈ। ਪਰ ਇਸ ਗੱਲ ਦਾ ਗਿਆਨ ਕਿ ਮੈਂ ਲਿਬੜ ਚੁੱਕਿਆ ਗੰਦਗੀ ਦੇ ਨਾਲ, ਉਹ ਫਿਰ ਦੋਨੇ ਬਾਹਾਂ ਉੱਪਰ ਚੁੱਕ ਕੇ ਮਾਂ ਬਾਪ ਦੇ ਅੱਗੇ ਖੜ ਕੇ ਰੋਣਾ ਸ਼ੁਰੂ ਕਰਦਾ। ਤੇ ਮਾਂ ਬਾਪ ਫਿਰ ਦੁਨਿਆਵੀ ਉਹਨੂੰ ਗੰਦਗੀ ਵੇਖ ਕੇ ਉਹਦੇ ਨਾਲ ਨਫ਼ਰਤ ਨਹੀਂ ਕਰਦੇ, ਉਹਨੂੰ ਚੁੱਕ ਕੇ ਉਹਦੀ ਗੰਦਗੀ ਸਾਫ਼ ਕਰਕੇ ਆਪਦੀ ਛਾਤੀ ਦੇ ਨਾਲ ਲਾ ਲੈਂਦੇ ਆ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਗੁਰਬਾਣੀ ਦੇ ਅੰਦਰ ਆਪਾਂ ਨੂੰ ਸਮਝਾ ਰਹੇ ਆ ਕਿ ਸਾਡਾ ਜਿਹੜਾ ਮਾਲਕ ਹੈ, ਮਾਤਾ ਪਿਤਾ, ਬੜਾ ਦਿਆਲੂ ਆ, ਕਿਰਪਾਲੂ ਆ। ਉਹ ਵੀ ਸਾਡੀ ਜਿਹੜੀ ਔਗੁਣਾ ਰੂਪੀ ਵਿਕਾਰਾਂ ਰੂਪੀ ਗੰਦਗੀ ਸਾਡੇ ਮਨ ਨੂੰ ਲੱਗੀ ਹੋਈ ਆ, ਇਹਨੂੰ ਵੇਖਦਾ ਨਹੀਂ। ਜਦੋਂ ਕੋਈ ਇਨਸਾਨ ਉਹਦੇ ਅੱਗੇ ਆਪਾ ਸਮਰਪਣ ਕਰ ਦਿੰਦਾ, ਜਿਉਂ ਹੀ ਅਸੀਂ ਆਪਣਾ ਹੰਕਾਰ ਛੱਡ ਕੇ ਉਸ ਮਾਲਕ ਅੱਗੇ ਆਪਾ ਸਮਰਪਣ ਕਰਦੇ ਹਾਂ, ਉਹ ਫਿਰ ਆਪਦੀ ਕਿਰਪਾ ਦੀ ਦ੍ਰਿਸ਼ਟੀ ਸਾਡੇ ਤੇ ਪਾ ਕੇ ਸਾਡੇ ਜਿਹੜੇ ਔਗਣ ਨੇ ਇਹਨਾਂ ਨੂੰ ਮਾਫ਼ ਕਰ ਦਿੰਦਾ। ਦੁਨਿਆਵੀ ਮਾਂ ਬਾਪ ਵਾਂਗ ਉਹ ਫਿਰ ਸਾਡੇ ਇਹ ਔਗਣਾਂ ਦੀ ਸਫਾਈ ਕਰਕੇ ਆਪਦੇ ਛਾਤੀ ਨਾਲ ਸਾਨੂੰ ਲਾ ਲੈਂਦਾ। ਤਾਂ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆ, ਜੇ ਕਿਤੇ ਸਾਡੇ ਮਨ ਦੀ ਅਵਸਥਾ ਇਸ ਗੱਲ ਤੇ ਚਲੀ ਜਾਵੇ ਜਿੱਥੇ ਮੱਖਣ ਸ਼ਾਹ ਲਵਾਣੇ ਦੀ ਚਲੀ ਗਈ ਸੀ। ਸਾਰੇ ਸਹਾਰੇ ਛੱਡਣ ਤੋਂ ਬਾਅਦ ਤੇ ਇੱਕ ਹਾਥੀ ਦੀ ਕਹਾਣੀ ਦੱਸੀ ਹੋਈ ਹੈ ਗੁਰਬਾਣੀ 'ਚ, ਗੱਜ ਕੋ ਤਰਾਸ ਮਿਟਿਓ ਛਿਨਹੁ ਜਬ ਹੀ ਰਾਮ ਬਖਾਨੋ, ਕਿ ਇੱਕ ਗੰਧਰਵ ਦੱਸਿਆ, ਰਾਜਾ ਦੱਸਿਆ, ਭਗਵਤ ਪੁਰਾਣ ਦੀ ਇਹ ਕਥਾ ਜਿਹਦਾ ਹਵਾਲਾ ਦਿੱਤਾ 9ਵੇਂ ਪਾਤਸ਼ਾਹ ਨੇ। ਉਹਨੂੰ ਕਿਸੇ ਸਾਧੂ ਸੰਤ ਨੇ ਸ਼ਰਾਪ ਦਿੱਤਾ ਸੀ, ਉਹ ਹਾਥੀ ਦੀ ਜੂਨ 'ਚ ਚਲਿਆ ਗਿਆ। ਪਾਣੀ ਪੀਣ ਗਿਆ ਤਾਂ ਤੰਦੂਏ ਨੇ ਉਹਦਾ ਪੈਰ ਫੜ ਲਿਆ। ਹੁਣ ਹਾਥੀ ਨੂੰ ਬੜਾ ਮਾਣ ਹੁੰਦਾ ਆਪਦੀ ਤਾਕਤ ਤੇ, ਉਹਨੇ ਯਤਨ ਕੀਤਾ, ਤੰਦੂਏ ਨੇ ਨਾ ਛੱਡਿਆ, ਉਹਨੂੰ ਖਿੱਚ ਕੇ ਪਾਣੀ ਵੱਲ ਲਿਜਾ ਰਿਹਾ ਸੀ। ਜਦੋਂ ਆਪਣੀ ਤਾਕਤ ਦਾ ਹੰਕਾਰ ਛੱਡ ਕੇ ਉਸ ਮਾਲਕ ਨੂੰ ਆਵਾਜ਼ ਮਾਰੀ ਤਾਂ ਤਤ ਛਿਨ ਹੀ ਉਹਨੂੰ ਪਰਮਾਤਮਾ ਨੇ ਛੁਟਕਾਰਾ ਕਰਵਾਇਆ। ਗੱਜ ਕੋ ਤਰਾਸ਼ ਮਿਟਿਓ ਛਿਨਹੁ ਮੈਂ ਜਬ ਹੀ ਰਾਮ ਬਖਾਨੋ।
किते गुरबाणी दे अंदर पंचाली को राज सभा में राम नाम शुद्ध आई। पंजे पांडवां दी पत्नी द्रौपदी ਜਦੋਂ ਉਹ ਜੂਏ ਦੇ ਅੰਦਰ ਹਰ ਗਏ, ਦੁਰਯੋਧਨ ਹੋਣਾ ਨੂੰ ਇਸ ਗੱਲ ਦਾ ਉਹਦੇ ਤੇ ਗੁੱਸਾ ਸੀ ਕਿ ਇਹਨਾਂ ਨੇ ਸਾਡੇ ਨਾਲ ਵਿਆਹ ਨਹੀਂ ਕਰਵਾਇਆ, ਤੇ ਉਹਦੀ ਉੱਥੇ ਪੱਤ ਨੰਗੀ ਕਰਨਾ ਚਾਹਿਆ, ਉਹਨੂੰ ਕੱਪੜੇ ਉਤਾਰ ਕੇ ਬੇਇੱਜ਼ਤੀ ਕਰਨੀ ਚਾਹੀ। ਉਹ ਪਹਿਲਾਂ ਤਾਂ ਆਪਣੇ ਪੰਜੇ ਪਤੀਆਂ ਨੂੰ ਅੱਗੇ ਪ੍ਰਲਾਪ ਕੀਤਾ, ਪਰ ਉਹ ਹਾਰ ਚੁੱਕੇ ਸੀ ਜੂਏ ਦੇ ਅੰਦਰ। ਫਿਰ ਉਹਨੇ ਕ੍ਰਿਸ਼ਨ ਭਗਵਾਨ ਦੇ ਅੱਗੇ ਬੇਨਤੀ ਕੀਤੀ ਤੇ ਉੱਥੇ ਚੀਰਾਂ ਦੇ ਢੇਰ ਵਧੇ ਤੇ ਉਹਦੀ ਬੇਇੱਜ਼ਤੀ ਹੋਣੋਂ ਪ੍ਰਮਾਤਮਾ ਨੇ ਬਚਾਈ। ਐਸੀਆਂ ਉਦਾਹਰਨਾਂ ਦੇ ਕੇ ਸਾਡੇ ਮਨਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪਾਇਆ ਜਾ ਰਿਹਾ ਹੈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਖੁਦ ਆਈ। ਇਹ ਹੈ ਭਾਈ, ਜੇ ਤੁਹਾਡੇ ਜੀਵਨ ਦੇ ਅੰਦਰ ਵੀ ਕਿਤੇ ਦੁੱਖ ਦਾ ਸਮਾਂ ਆਉਂਦਾ, ਜਦੋਂ ਅਰਦਾਸ ਆਪਾਂ ਕਰਨੀ ਹੁੰਦੀ ਆ, ਤਾਂ ਉਦੋਂ ਫਿਰ ਸਾਰੇ ਸਹਾਰੇ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਕੇ ਉਹਦਾ ਆਸਰਾ ਤੱਕ ਕੇ ਜਦੋਂ ਅਰਦਾਸ ਜੀਵ ਕਰਦਾ, ਫੇਰ ਕਦੇ ਬਿਰਥੀ ਨਹੀਂ ਜਾਵੇਗੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਸਾਸ। ਨਹੀਂ ਤਾਂ ਸਾਰੀ ਜ਼ਿੰਦਗੀ ਇਨਸਾਨ ਕਿੰਨੀਆਂ ਅਰਦਾਸਾਂ ਕਰਦਾ, ਕਿੰਨੀਆਂ ਧਾਰਮਿਕ ਜਗ੍ਹਾ ਤੇ ਅਰਦਾਸਾਂ ਹੁੰਦੀਆਂ। ਸਾਨੂੰ ਕਰਦੇ ਵੀ ਰਹਿਣਾ ਚਾਹੀਦਾ, ਕਿਉਂਕਿ ਨਹੀਂ ਪਤਾ ਕਦੋਂ ਸਾਡੇ ਮਨ ਦੀ ਅਵਸਥਾ ਐਸੀ ਬਣ ਜੇ ਜਦੋਂ ਮਾਲਕ ਦੀ ਸਾਡੇ ਤੇ ਕਿਰਪਾ ਹੋਵੇ। ਤਾਂ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆ ਕਿ ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਇਹ ਮਾਲਕ ਤੇਰਾ ਅੰਤ ਨਹੀਂ ਕੋਈ ਜਾਣ ਸਕਦਾ, ਤੂੰ ਸਾਰਿਆਂ ਤੋਂ ਉੱਚਾ ਹੈ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਕਿ ਜਿੰਨੀ ਆ ਸ੍ਰਿਸ਼ਟੀ ਪੈਦਾ ਕੀਤੀ ਆ, ਸਮੱਗਰੀ ਪੈਦਾ ਕੀਤੀ ਆ, ਜੋ ਸੰਸਾਰ ਆਪਾਂ ਵੇਖ ਰਹੇ ਆ, ਇਹ ਇੱਕ ਸੂਤ ਦੇ ਅੰਦਰ ਪਰੋਇਆ ਹੋਇਆ ਮਾਲਕ ਨੇ। ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਕਿਹੜਾ ਸੂਤ ਆ? ਪਵਨ ਪਰੋਇਓ ਸਗਲ ਆਕਾਰਾ। ਆਪਾਂ ਨੂੰ ਸਾਰਿਆਂ ਨੂੰ ਆ ਪੌਣ ਰੂਪੀ ਸਾਗੇ ਦੇ ਅੰਦਰ ਪਰੋਇਆ ਹੋਇਆ। ਜਿੰਨਾ ਚਿਰ ਇਹ ਪੌਣ ਸਾਡੇ ਮੁਖ ਦੇ ਅੰਦਰ ਉਹ ਗਰਾਸ ਪਾ ਰਿਹਾ, ਉਨਾ ਚਿਰ ਸਾਡਾ ਸਰੀਰ ਚੱਲ ਰਿਹਾ। ਜਦੋਂ ਸਾਡੀ ਬੁਨਿਆਦ ਖਤਮ ਹੋ ਜਾਂਦੀ ਹੈ, ਇਹ ਪੌਣ ਸਾਡੀ ਬੰਦ ਕਰ ਦਿੱਤੀ ਜਾਂਦੀ ਹੈ ਤੇ ਸਾਡੇ ਜੀਵਨ ਦਾ ਖੇਡ ਸਮਾਪਤ ਹੋ ਜਾਂਦਾ। ਇਹ ਸਾਰੇ ਸੰਸਾਰ ਨੂੰ ਮਾਲਿਕ ਨੇ ਪੌਣ ਰੂਪੀ ਆ ਜਿਹਦੇ ਨਾਲ ਸਾਡੇ ਸਵਾਸ ਚੱਲ ਰਹੇ ਆ, ਇਹਨੂੰ ਸੂਤ ਕਹਿਤਾ। ਸਗਲ ਸਮਗਰੀ ਆਪਣੇ ਸੂਤਰ ਧਾਰੀ। ਜਿਵੇਂ ਇੱਥੇ ਆਪਾਂ ਧਾਗੇ ਦੇ ਨਾਲ ਕੋਈ ਹਾਰ ਬਣਾ ਲੈਂਦਾ, ਕੋਈ ਮਾਲਾ ਬਣਾ ਲੈਂਦਾ, ਤੇ ਜਿੰਨਾ ਚਿਰ ਧਾਗਾ ਉਹ ਠੀਕ ਆ ਘੁੰਮੀ ਜਾਂਦਾ, ਜਦੋਂ ਧਾਗਾ ਟੁੱਟ ਜਾਂਦਾ ਤਾਂ ਖਲਾਰਾ ਪੈ ਜਾਂਦਾ। ਇਸੇ ਤਰ੍ਹਾਂ ਸਾਡੇ ਜੀਵਨ ਦਾ ਖੇਲ ਹੈ। ਜਿੰਨਾ ਚਿਰ ਉਹ ਮਾਲਿਕ ਦਾ ਜਿਹੜਾ ਇਹ ਪੌਣ ਰੂਪੀ ਧਾਗੇ ਦੇ ਅੰਦਰ ਅਸੀਂ ਪਰੋਏ ਹੋਏ ਆ, ਜਿੰਨਾ ਚਿਰ ਉਹ ਸਵਾਸਾਂ ਦੀ ਪੂੰਜੀ ਸਾਡੇ ਕੋਲੇ ਹੈ, ਸਾਡੇ ਮੁਖ ਦੇ ਅੰਦਰ ਉਹ ਸਵਾਸਾਂ ਦੀ ਗਰਾਹੀ ਦੇ ਰਿਹਾ, ਤੇ ਉਨਾ ਚਿਰ ਸਾਡੇ ਜੀਵਨ ਦਾ ਖੇਡ ਚੱਲ ਰਿਹਾ। ਜਿਹਦੀ ਜਦੋਂ ਪਾਉਣ ਦਾ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਹੈ, ਇਹ ਪੌਣ ਰੂਪੀ ਧਾਗੇ ਚੋਂ ਕੱਢ ਦਿੱਤਾ ਜਾਂਦਾ ਤੇ ਉਹਨਾਂ ਇਨਸਾਨਾਂ ਦਾ ਅੰਤ ਸਮਾਂ ਹੋ ਜਾਂਦਾ। ਤਾਂ ਪਾਤਸ਼ਾਹ ਇੱਥੇ ਸਮਝਾ ਰਹੇ ਆ ਕਿ ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਜਿਹੜੇ ਇਨਸਾਨ ਫਿਰ ਇਸ ਗੱਲ ਨੂੰ ਯਾਦ ਕਰਦੇ ਆ, ਉਸ ਮਾਲਿਕ ਦੇ ਹੁਕਮ 'ਚ ਰਹਿੰਦੇ ਆ, ਉਹ ਸੁਖੀ ਰਹਿੰਦੇ ਆ। ਦੁਨੀਆਦਾਰੀ 'ਚ ਵੀ ਆਪਾਂ ਵੇਖਦੇ ਹਾਂ, ਜਿਹੜੇ ਬੱਚੇ ਆਪਣੀ ਮਾਂ ਬਾਪ ਦੇ ਆਗਿਆਕਾਰੀ ਆ, ਉਹ ਮਾਂ ਬਾਪ ਦੀਆਂ ਅਸੀਸਾਂ ਪ੍ਰਾਪਤ ਕਰਦੇ ਆ, ਤੇ ਮਾਂ ਬਾਪ ਉਹਨਾਂ ਦੀ ਹਰੇਕ ਮਨ ਦੀ ਜਿਹੜੀ ਮੰਗ ਹੈ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਜਿਹੜੇ ਨਲਾਇਕ ਹੋ ਜਾਂਦੇ ਆ, ਉਹਨਾਂ ਨੂੰ ਕਈ ਵਾਰ ਬੇਦਖਲ ਵੀ ਕਰ ਦਿੱਤਾ ਜਾਂਦਾ। ਇਸੇ ਤਰ੍ਹਾਂ ਸਾਡਾ ਉਹ ਮਾਤਾ ਪਿਤਾ ਸਾਰਿਆਂ ਦਾ, ਤੋ ਮਾਤ ਪਿਤਾ ਹਮ ਬਾਰਕ ਤੇਰੇ।
जिन्ना चिर असी उहदे हुक्म च रहिंदे हां, उहदे भै च रहिंदे हां, उहदी आग्या च रहिंदे हां, ਉਹ ਵੀ ਸਾਡੇ ਜੀਵਨ ਦੇ ਸਾਰੇ ਸੁੱਖ ਤੇ ਸਾਰੀਆਂ ਮੰਗਾਂ ਸਾਡੀਆਂ ਪੂਰੀਆਂ ਕਰਦਾ ਰਹਿੰਦਾ। ਤੇ ਜਿਹੜੇ ਜੀ ਫਿਰ ਆਕੀ ਹੋ ਜਾਂਦੇ ਆ, ਉਹ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਜਿਹੜੇ ਖਾਲਸ ਬਣ ਜਾਂਦੇ ਆ, ਉਸ ਮਾਲਕ ਦੀ ਬੰਦਗੀ ਕਰ ਕਰਕੇ ਜਿਨ੍ਹਾਂ ਨੇ ਆਪਣੇ ਮਨ ਨੂੰ ਖਾਲਸ ਕਰ ਲਿਆ, ਉਸ ਵਸਤੂ ਦੀ ਪ੍ਰਾਪਤੀ ਕਰ ਲਈ, ਉਹ ਸਦਾ ਵਾਸਤੇ ਰਾਜੇ ਆ, ਕਿਉਂਕਿ ਅਵਿਨਾਸ਼ੀ ਰਾਜ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਫਿਰ ਉਹਦੇ ਹੁਕਮ ਤੋਂ ਆਕੀ ਆ, ਉਹ ਇੱਥੇ ਦੁੱਖ ਪਾਉਂਦੇ ਆ ਤੇ ਕੋਈ ਬਚਦਾ ਵੀ ਨਹੀਂ। ਰਾਜ ਕਰੇਗਾ ਖਾਲਸਾ, ਜਿਨ੍ਹਾਂ ਨੇ ਫਿਰ ਆਪਣੇ ਮਨ ਨੂੰ ਖਾਲਸ ਬਣਾ ਲਿਆ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਜਿਨ੍ਹਾਂ ਨੇ ਮਾਲਕ ਦੀ ਬੰਦਗੀ ਕਰ ਕਰਕੇ ਉਹਦੇ ਹੁਕਮ 'ਚ ਰਹਿ ਕੇ ਆਤਮਿਕ ਰਸ ਦੀ ਪ੍ਰਾਪਤੀ ਕਰ ਲਈ, ਉਹਨਾਂ ਦੇ ਮਨ ਖਾਲਸ ਬਣ ਗਏ, ਉਹ ਸਦਾ ਵਾਸਤੇ ਰਾਜੇ ਨੇ। ਤੇ ਜਿਹੜੇ ਆਕੀ ਨੇ ਹੁਕਮ ਤੋਂ, ਜਿਹੜਾ ਵੀ ਆਕੀ ਹੋਇਆ, ਇਹ ਤਾਂ ਆਪਾਂ ਵੇਖ ਲਓ, ਜਿਹੜੇ ਇਨਸਾਨ ਨੇ ਪਰਮਾਤਮਾ ਦੇ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਨਾਂ ਦਾ ਜਿਹੜਾ ਹਸ਼ਰਾ ਸੰਸਾਰ ਦੇ ਅੰਦਰ ਮਾੜਾ ਹੀ ਹੋਇਆ, ਮਾੜਾ ਹੀ ਹੋ ਰਿਹਾ, ਤੇ ਆਉਣ ਵਾਲੇ ਸਮੇਂ ਦੇ ਅੰਦਰ ਮਾੜਾ ਹੁੰਦਾ ਰਹਿਣਾ। ਇਸ ਕਰਕੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਆ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਕਿ ਇਹ ਪ੍ਰਮਾਤਮਾ ਤੇਰੀ ਇਹ ਗਤੀ ਨੂੰ, ਤੇਰੀ ਇਹ ਮਰਜ਼ਾਦਾ ਨੂੰ ਤੂੰ ਆਪ ਹੀ ਜਾਣਦਾ। ਇਨਸਾਨ ਤਾਂ ਕਲਪ ਜਾਂਦਾ, ਜਿਵੇਂ ਅੱਜ ਬਹੁਤ ਸਾਰੇ ਗੁਰਮੁਖਾਂ ਦੇ ਪ੍ਰਸ਼ਨ ਹੁੰਦੇ ਆ, ਉਹ ਕਹਿੰਦੇ ਜੀ ਪ੍ਰਮਾਤਮਾ ਹੀ ਸਾਰਿਆਂ ਦਾ ਮਾਲਕ ਆ, ਪ੍ਰਮਾਤਮਾ ਦੀ ਸਾਰੇ ਬੱਚੇ ਆ, ਤਾਂ ਫਿਰ ਲੋਕਾਂ ਨੂੰ ਦੁੱਖ ਕਿਉਂ ਦੇ ਰਿਹਾ? ਉਹਦਾ ਖੇਡ ਆ, ਤੇ ਇਹ ਤਾਂ ਫਿਰ ਮਾਲਕ ਹੀ ਜਾਣੇ ਨਾ। ਜਾਂ ਤਾਂ ਇੰਨੀ ਮਿਹਨਤ ਆਪਾਂ ਕਰ ਲਈਏ, ਉਸ ਮਾਲਕ ਦੇ ਕੋਲੇ ਪਹੁੰਚ ਕਰ ਲਈਏ, ਤਾਂ ਉਹਨੂੰ ਫਿਰ ਪੁੱਛ ਲਈਏ ਵੀ ਆ ਸੰਸਾਰ ਦੁੱਖ ਕਿਉਂ ਭੋਗ ਰਿਹਾ। ਆਪਾਂ ਨੂੰ ਵਿਧੀ ਦੱਸੀ ਹੋਈ ਆ ਗੁਰਬਾਣੀ ਦੇ ਅੰਦਰ, ਜਾ ਤੋ ਭੀਤਰ ਮਹਿਲ ਬੁਲਾਵੇ, ਪੁੱਛੋ ਬਾਤ ਨਿਰੰਤੀ। ਕਿ ਭਾਈ ਇੰਨੀ ਮਿਹਨਤ ਕਰ ਲਓ, ਉਸ ਮਹਿਲ ਦੇ ਅੰਦਰ ਮਾਲਕ ਨੂੰ ਮਿਲ ਲਓ ਜਾ ਕੇ, ਤੇ ਉਹਨੂੰ ਫਿਰ ਪੁੱਛ ਲਿਓ ਕਿ ਸੰਸਾਰ ਦੇ ਅੰਦਰ ਆਹ ਦੁੱਖ ਸੁੱਖ ਕਿਉਂ ਚੱਲ ਰਹੇ ਆ। ਤੇ ਸਾਨੂੰ ਗੁਰਬਾਣੀ ਅੰਦਰ ਇਹ ਗਿਆਨ ਦਿੱਤਾ ਹੋਇਆ ਕਿ ਇਨਸਾਨ ਦੋਨੋਂ ਕੱਪੜੇ ਪਹਿਨ ਕੇ ਸੰਸਾਰ 'ਚ ਆਉਂਦਾ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਪਰ ਆਪਾਂ ਇਹ ਚਾਹੁੰਦੇ ਹਾਂ ਕਿ ਹਮੇਸ਼ਾ ਸੁੱਖ ਦਾ ਕੱਪੜਾ ਪਹਿਨ ਕੇ ਚੱਲੀਏ, ਪਰ ਇਹ ਸਾਡੇ ਕਰਮ ਦੀ ਗਤੀ ਆ। ਵਾਹਿਗੁਰੂ ਜਾਣੇ, ਦੱਦਾ ਦੋਸ਼ ਨਾ ਦਿਉ ਕਿਤੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਪਰ ਸਾਨੂੰ ਇਹ ਗਿਆਨ ਦੇਤਾ ਕਿ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ। ਆਏ ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਤਨਾ ਵਸਾਏ। ਕਿ ਜੇ ਭਾਈ ਤੁਸੀਂ ਗੁਰੂ ਦੀ ਸੇਵਾ ਕਰੋਗੇ, ਤੁਹਾਡੇ ਅੰਦਰ ਸੁੱਖ ਪੈਦਾ ਹੋ ਜਾਣਗੇ। ਗੁਰ ਸੇਵਾ ਤੇ ਸੁਖ ਉਪਜੈ, ਸੁੱਖ ਵੀ ਐਸਾ, ਫਿਰ ਦੁੱਖ ਨਾ ਲੱਗੇ ਆਏ। ਤੁਹਾਡੇ ਜੀਵਨ ਦੇ ਅੰਦਰ ਕਦੇ ਦੁੱਖ ਨਹੀਂ ਆਵੇਗਾ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸ ਨਾ ਵਸਾਏ। ਕਿ ਤੁਹਾਡਾ ਜੰਮਣ ਮਰਨ ਦਾ ਚੱਕਰ ਵੀ ਖਤਮ ਹੋ ਜਾਊਗਾ। ਇਸ ਕਰਕੇ ਆਪਾਂ ਇਹਨਾਂ ਵਿਚਾਰਾਂ ਤੋਂ ਲਾਹਾ ਲੈ ਕੇ ਉਸ ਮਾਲਿਕ ਦਾ ਸੇਵਾ ਸਿਮਰਨ ਕਰੀਏ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਐ ਪਾਤਸ਼ਾਹ ਤੇਰੀ ਗਤੀ ਨੂੰ, ਤੇਰੀ ਮਰਜ਼ਾਦਾ ਨੂੰ ਤੂੰ ਆਪ ਹੀ ਜਾਣਦਾ। ਨਾਨਕ ਦਾਸ ਸਦਾ ਕੁਰਬਾਨੀ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਿਹਾ ਕਿ ਇਹ ਨਾਨਕ ਮੈਂ ਦਾਸ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਦਾ ਕੁਰਬਾਨ ਕੁਰਬਾਨ ਜਾਣਾ ਕਰਦਾ। ਇਹ ਪਾਤਸ਼ਾਹ ਦੀ ਬਾਣੀ 'ਚ ਆਪਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਵਨ ਬਚਨਾਂ ਦੀ ਆਪਾਂ ਵਿਚਾਰ ਕਰੀ।
तू ठाकर तुम पे अरदास, जियो पिंड सब तेरी रास। तुम मात पिता हम बारक तेरे, तुमरी कृपा में सूख कनेरे। कोई न जाने तुमरा अंत, ऊंचे से ऊंचा भगवंत। सगल समगरी तुमरे सूत्र धारी, तुम ते होए सो आज्ञाकारी। तुमरी गतमत तुम ही जानी, नानक दास सदा कुर्बानी। इस करके जदों भी अरदास हुंदी है उदों अपने मन नूं टिकाऊ च रखिया करिए। ਉਹਦੇ ਅੱਗੇ ਆਪਾਂ ਸਮਰਪਣ ਕਰਕੇ ਅੰਤਰਮੁਖ ਅਰਦਾਸ ਕਰਿਆ ਕਰੀਏ ਤਾਂ ਸਾਡੀ ਜੀਵਨ ਦਾ ਜਿਹੜਾ ਸਫ਼ਰ ਆ ਇਹ ਵੀ ਸੁਖੀ ਰਵੇ ਤੇ ਜਿਹੜੀ ਸਾਡੀ ਮੰਜ਼ਿਲ ਹੈ ਉਹਦੀ ਵੀ ਅਸੀਂ ਪ੍ਰਾਪਤੀ ਕਰ ਲਈਏ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਹੁਰੀਆ। ਆਓ ਫਿਰ ਆਪਾਂ ਹੁਣ ਇਕਾਗਰਤਾ ਬਣਾਉਣ ਵਾਸਤੇ ਗੁਰਮੰਤਰ ਦਾ ਅਭਿਆਸ ਕਰੀਏ। हाँ जी, करो जी शुरू। वाहिगुरु 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 वाहिगुरु